ਇਹਦਾ ਨਾਂ ਅਸੀਂ ਅੰਗਰੇਜ਼ੀ 'ਚ ਲਿਖਿਆ ਹੈ ਆਨੰਦ ਐਟ ਦ ਸਤਲੁਜ। ਮਤਲਬ ਹੈ ਕਿ ਸਤਲੁਜ ਦੇ ਕੰਢੇ ਆਨੰਦ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਨੂੰ ਐਸਾ ਲੁੱਕ ਦਈਏ ਜਿਹੜਾ ਇੱਕ ਯੂਨੀਕ ਲੁੱਕ ਹੋਵੇ, ਬਿਲਕੁਲ ਹੀ ਹਟ ਕੇ ਲੁੱਕ ਹੋਵੇ। ਇਹਦੀ ਦੇਖ ਰੇਖ ਐਸੀ ਹੈਗੀ ਹੈ ਕਿ ਇਹ ਬਿਲਕੁਲ ਜਿਹੜੀ ਗ੍ਰੀਨ ਪ੍ਰੋਜੈਕਟ ਕਹਿਲਾਇਆ ਜਾਂਦਾ ਹੈ। ਪੱਥਰ ਵੀ ਸਾਡਾ ਇੱਥੇ ਦਰਿਆ 'ਚੋਂ ਹੀ ਹੈ, ਰੇਤ ਵੀ ਸਾਡਾ ਦਰਿਆ ਦਾ ਹੈਗਾ ਹੈ, ਲੱਕੜ ਵੀ ਸਾਡੀ ਇੱਥੇ ਜਿਹੜੀ ਤੁਸੀਂ ਦਿਖਦੇ ਹੋ, ਇਹ ਲੱਕੜ ਵੀ ਆਪਣੇ ਸਾਡਾ ਇੱਥੇ ਪਲਾਂਟੇਸ਼ਨ ਸੀਗਾ ਪੋਪੂਲਰ ਦਾ। ਉਸ ਪੋਪੂਲਰ ਦੇ ਪਲਾਂਟੇਸ਼ਨ 'ਚੋਂ ਲੱਕੜ ਵੀ ਉੱਥੋਂ ਹੀ ਨਿਕਲੀ ਹੈ। ਦੂਜਾ ਜਿਹੜੀ ਉੱਪਰ ਜਿਹੜੀ ਹੈ ਅਸੀਂ ਸਲੇਟ ਲਾਈ ਹੈ, ਇਹ ਇਸ ਇਲਾਕੇ ਦੀ ਸਲੇਟ ਜਿਹੜੀ ਹੈਗੀ ਹੈ, ਅਸੀਂ ਪਹਾੜੀ ਇਲਾਕੇ ਵਿੱਚ ਬੈਠੇ ਹਾਂ, ਅਸੀਂ ਪਹਾੜ ਦੇ ਜੜ੍ਹਾਂ 'ਚ ਬੈਠੇ ਹਾਂ ਤੇ ਇਹ ਇੱਥੇ ਦਾ ਲੋਕਲ ਆਰਕੀਟੈਕਚਰ ਹੈ। ਇਹ ਜਿਹੜਾ ਪੂਰਾ ਰਿਜ਼ੋਰਟ ਹੈ ਯਾਨੀ ਕਿ 5 ਸਟਾਰ ਲੈਵਲ ਦਾ ਰਿਜ਼ੋਰਟ ਹੈ, ਮਗਰ ਧਰਤੀ ਨਾਲ ਜੁੜਿਆ ਹੋਇਆ। ਕਮਰਿਆਂ ਦੇ ਅੰਦਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਫੁਲਕਾਰੀ ਦੀ ਇਸਤੇਮਾਲ ਕਰੀਏ। ਜਿਹੜੇ ਸਾਡੇ ਪੁਰਾਣੇ ਜਿਹੜੇ ਫੋਕ ਕਲਚਰ ਹੈ, ਉਹ ਫੋਟੋਆਂ ਅਸੀਂ ਜਿਹੜੀਆਂ ਦਿਖਾਈਆਂ ਜਾਂ ਦ੍ਰਿਸ਼ ਦਿਖਾਏ ਨੇ, ਅਸੀਂ ਹੋਲੇ ਮਹੱਲੇ ਨਾਲ ਜੋੜੇ ਹੈ। ਅੱਜ ਦੀ ਡੇਟ ਜਿਹੜਾ ਬੰਦਾ ਅਨੰਦਪੁਰ ਸਾਹਿਬ ਆਏਗਾ, ਉਹ ਸੋਚੇਗਾ ਕਿ ਮੈਨੂੰ ਕੋਈ ਨਾ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲੇ। ਸਾਡੇ ਤਾਂ ਜ਼ਿਆਦਾਤਰ 70-80% ਜਿਹੜਾ ਗੈਸਟ ਹੈ ਉਹ ਬਾਹਰਲੇ ਇਲਾਕਿਆਂ ਤੋਂ ਆਉਂਦਾ ਹੈ। ਦਿੱਲੀ NCR ਤੋਂ ਆਉਂਦਾ ਹੈ, ਬੰਗਲੌਰ ਤੋਂ ਆਉਂਦਾ ਹੈ, ਬੰਬਈ ਤੋਂ ਆਉਂਦਾ ਹੈ, ਚੇਨਈ ਤੋਂ ਆਉਂਦਾ ਹੈ। ਕਿਸੇ ਨੇ ਵੀ ਜਦੋਂ ਇੱਥੇ ਦਾ ਮਾਹੌਲ ਦੇਖ ਕੇ ਉਹਨਾਂ ਨੇ ਇਹੀ ਕਿਹਾ ਕਿ ਵੀ ਆਰ ਫੀਲਿੰਗ ਵੈਰੀ ਪੀਸਫੁਲ। ਆਰਗੈਨਿਕ ਸਾਡੀ ਸਬਜ਼ੀਆਂ ਦੀ ਜਿਹੜੀ ਹੈ ਪੈਦਾਵਾਰ ਹੈਗੀ ਹੈ। ਉੱਥੇ ਦੁੱਧ ਵੀ ਤੁਸੀਂ ਆਪਣੇ ਸਾਹਮਣੇ ਚੋ ਸਕਦੇ ਹੋ, ਸਬਜ਼ੀਆਂ ਵੀ ਤੁਸੀਂ ਉਹਦੇ 'ਚ ਪੈਦਾਵਾਰ ਕਰਕੇ ਜਾਂ ਆਪਣੇ ਆਪ ਤੁਸੀਂ ਉਹਨੂੰ ਤੋੜ ਕੇ ਖਾ ਸਕਦੇ ਹੋ। ਇਹ ਸਾਨੂੰ ਇੱਥੇ ਬਹੁਤ ਸਕੂਨ ਮਿਲਿਆ ਤੇ ਅਸੀਂ ਆਪਣੇ ਪਰਿਵਾਰ ਨੂੰ ਨਾਲ ਅਸੀਂ ਲੈ ਕੇ ਆਉਣਾ ਚਾਹਾਂਗੇ। ਅਸੀਂ ਆਵਾਂਗੇ, ਇੱਥੇ ਲੈ ਕੇ ਆਵਾਂਗੇ ਪਰਿਵਾਰ ਨੂੰ, ਕਿਉਂਕਿ ਇੱਥੇ ਸਾਨੂੰ ਪੀਸ ਆਫ ਮਾਈਂਡ ਮਿਲਦੀ ਹੈ। ਇਹ ਡੀ-ਸਟ੍ਰੈਸ ਕਰ ਸਕਦੇ ਹਾਂ, ਮੈਡੀਟੇਟ ਕਰ ਸਕਦੇ ਹਾਂ, ਅਸੀਂ ਆਪਣੇ ਰੱਬ ਨਾਲ ਜੁੜ ਸਕਦੇ ਹਾਂ ਇੱਥੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਇਹਨੂੰ ਵਿਜ਼ੂਅਲਾਈਜ਼ ਕੀਤਾ ਕਿ ਅਸੀਂ ਇੱਥੇ ਇੱਕ ਐਸਾ ਹਾਈ ਲੈਵਲ ਦਾ 5 ਸਟਾਰ ਲੈਵਲ ਦਾ ਇੱਕ ਅਸੀਂ ਰਿਜ਼ੋਰਟ ਬਣਾਈਏ ਜਿਹਦੇ ਨਾਲ ਅਨੰਦਪੁਰ ਸਾਹਿਬ ਦੀ ਮਸ਼ਹੂਰੀ ਪੂਰੀ ਦੁਨੀਆ 'ਚ ਹੋਵੇ, ਇੰਟਰਨੈਸ਼ਨਲ ਲੈਵਲ ਤੇ, ਗਲੋਬਲ ਪੱਧਰ ਦੇ ਉੱਤੇ। ਤੇ ਅਸੀਂ ਜਦੋਂ ਉਹਦੇ ਬਾਰੇ ਸੋਚਿਆ ਤੇ ਫਿਰ ਮੈਂ ਸੋਚਿਆ ਕਿ ਵੀ ਇੱਕ ਐਸੀ ਚੀਜ਼ ਬਣਾਓ ਜਿਹਦੀ ਪਛਾਣ ਹੀ ਅਲੱਗ ਹੋਵੇ, ਹਟ ਕੇ ਪਛਾਣ ਹੋਵੇ ਤੇ ਜਿਹਦੀ ਪਛਾਣ ਅਨੰਦਪੁਰ ਸਾਹਿਬ ਨਾਲ ਜੁੜੇ। ਹੁਣ ਤੁਸੀਂ ਤਾਂ ਸਾਰੇ ਜਾਣਦੇ ਹੋ ਕਿ ਅਨੰਦਪੁਰ ਸਾਹਿਬ ਜਿਹੜਾ ਹੈਗਾ, ਇਹਦੀ ਸਥਾਪਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀਤੀ ਤੇ ਸਤਲੁਜ ਦੇ ਕੰਢੇ ਤੇ ਹੈਗੀ ਹੈ। ਤੇ ਅਸੀਂ ਵੀ ਸੋਚਿਆ ਕਿ ਜੇ ਅਸੀਂ ਕੋਈ ਪਹਿਲਾ ਜਿਹੜਾ ਰਿਜ਼ੋਰਟ ਬਣਾਉਣਾ ਹੈ ਅਨੰਦਪੁਰ ਸਾਹਿਬ ਦੇ ਵਿੱਚ, ਇਹ ਸਤਲੁਜ ਦੇ ਕੰਢੇ ਤੇ ਹੀ ਬਣਾਈਏ। ਤੇ ਸਤਲੁਜ ਦੇ ਕੰਢੇ ਤੇ ਹੋਣ ਕਰਕੇ ਆਪਾਂ ਇਹਦਾ ਨਾਂ ਵੀ ਇਸ ਤਰੀਕੇ ਦਾ ਚੁਣਿਆ ਕਿ ਇਹਦਾ ਨਾਂ ਅਸੀਂ ਅੰਗਰੇਜ਼ੀ 'ਚ ਲਿਖਿਆ ਹੈ ਆਨੰਦ ਐਟ ਦ ਸਤਲੁਜ। ਮਤਲਬ ਹੈ ਕਿ ਸਤਲੁਜ ਦੇ ਕੰਢੇ ਆਨੰਦ। ਹੁਣ ਇਸ ਪਾਸੇ ਜਦੋਂ ਤੁਸੀਂ ਦੇਖੋਗੇ ਕਿ ਜਿੱਥੇ ਸਾਡੀ ਕੰਧ ਖਤਮ ਹੁੰਦੀ ਹੈ, ਉੱਥੇ ਦਰਿਆ ਸ਼ੁਰੂ ਹੋ ਜਾਂਦਾ ਹੈ ਤੇ ਸਤਲੁਜ ਦਾ ਦਰਿਆ ਪੂਰਾ ਸਾਲ ਚੱਲਦਾ ਹੈ। ਇੱਕ ਬਹੁਤ ਸੋਹਣਾ ਦਰਿਆ ਹੈ। ਇਹ ਜਿਹੜੀਆਂ ਬਰਫਾਂ ਮਾਊਂਟ ਕੈਲਾਸ਼ ਦੇ ਵਿੱਚ ਜਿਹੜੀਆਂ ਪਿਘਲਦੀਆਂ ਹੈ, ਉਹਨਾਂ ਬਰਫਾਂ 'ਚੋਂ ਹੀ ਜਿਹੜਾ ਸਤਲੁਜ ਦਰਿਆ ਚੱਲਦਾ ਹੈ। ਤੇ ਸਤਲੁਜ ਦਰਿਆ ਸਭ ਤੋਂ ਜਿਹੜਾ ਭਾਰਤ ਦਾ, ਇੰਡੀਆ ਦਾ ਸਭ ਤੋਂ ਜਿਹੜਾ ਸਪਿਰਿਚੁਅਲ ਦਰਿਆ ਹੈਗਾ, ਉਹ ਸਤਲੁਜ ਕਹਿਲਾਇਆ ਜਾਂਦਾ ਹੈ, ਕਿਉਂਕਿ ਇਹ ਸਿੱਧਾ ਮਾਨਸਰੋਵਰ ਤੋਂ ਆਉਂਦਾ ਹੈ ਤੇ ਇੱਥੇ ਚੱਲਦਾ ਹੈ। ਤੇ ਇਹ ਇੱਥੇ ਤੱਕ ਤਾਂ ਜਿਹੜਾ ਪਾਣੀ ਹੈਗਾ ਬਿਲਕੁਲ ਸਾਫ਼ ਸੁਥਰਾ ਪਾਣੀ ਹੈ। ਇਹ ਪਿਘਲੀਆਂ ਹੋਈਆਂ ਬਰਫਾਂ ਦਾ ਪਾਣੀ ਹੈ। ਤੇ ਇਸ ਕਰਕੇ ਗਰਮੀਆਂ ਦੇ ਵਿੱਚ ਵੀ ਪਾਣੀ ਠੰਡਾ ਹੀ ਹੈ ਤੇ ਪਾਣੀ ਦਾ ਮਾਹੌਲ, ਇਹਦਾ ਪਾਣੀ ਦਾ ਸਫਾਈ ਜਿਹੜੀ ਹੈਗੀ ਹੈ। ਤੇ 12ਵਾਂ ਮਹੀਨਾ, ਪੂਰੇ 12 ਮਹੀਨੇ ਦਰਿਆ ਚੱਲਦਾ ਹੈ। ਇਹਦੇ 'ਚ ਕਦੀ ਸੁੱਕਦਾ ਨਹੀਂ ਹੈਗਾ। ਇਹਦੇ 'ਚ ਉਹ ਜਿਹੜੀ ਆ ਉਹ ਫੀਲਿੰਗ ਨਹੀਂ ਹੁੰਦੀ ਇਹਦੀ ਕਿ ਵੀ ਇਹ ਆ ਦਰਿਆ ਜਿਹੜਾ ਹੈਗਾ ਕੋਈ ਛੋਟਾ ਨਾਲਾ ਹੈਗਾ ਹੈ ਜਾਂ ਇਹਦੇ 'ਚ ਪੋਲਿਊਸ਼ਨ ਜ਼ਿਆਦਾ ਹੈਗੀ ਹੈ। ਪੋਲਿਊਸ਼ਨ ਵੀ ਇਹਦੇ 'ਚ ਬਹੁਤ ਘੱਟ ਹੈਗੀ ਹੈ। ਸਭ ਤੋਂ ਘੱਟ ਪੋਲਿਊਸ਼ਨ ਇੱਥੇ ਹੀ ਹੈਗੀ, ਕਿਉਂਕਿ ਇਸ ਤੋਂ ਉੱਚੇ ਜਿਹੜੇ ਅਪਸਟਰੀਮ ਹੈ, ਕੋਈ ਐਡੇ ਵੱਡੇ ਕੋਈ ਸ਼ਹਿਰ ਹੈ ਹੀ ਨਹੀਂ ਹੈਗੇ ਜਿਨ੍ਹਾਂ ਤੋਂ ਪੋਲਿਊਸ਼ਨ ਇਹਦੇ ਵਿੱਚ ਪਾ ਸਕੇ।
ਹੁਣ ਡਾਊਨ ਸਟਰੀਮ ਜਿੰਨੇ ਚੱਲਦੇ ਜਾਵਾਂਗੇ ਓਨੀ ਪੋਲਿਊਸ਼ਨ ਵੱਧਦੀ ਜਾਊਗੀ, ਤੇ ਉਹ ਤਾਂ ਸਰਕਾਰਾਂ ਦੇ ਕੰਮ ਹੈਗੇ, ਉਹਦੇ 'ਚ ਸਾਡਾ ਕੋਈ ਰੋਲ ਨਹੀਂ ਹੁੰਦਾ। ਮਗਰ ਅਸੀਂ ਇਹੀ ਜਗ੍ਹਾ ਇਸ ਕਰਕੇ ਚੁਣੀ, ਇੱਕ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਪਾਵਨ ਧਰਤੀ ਹੈ, ਤੇ ਦੂਸਰੀ ਹੈ ਕਿ ਗੁਰੂ ਸਾਹਿਬਾਂ ਨੇ ਵੀ ਸਤਲੁਜ ਦਾ ਕੰਢਾ ਚੁਣਿਆ ਸੀਗਾ ਅਨੰਦਪੁਰ ਸਾਹਿਬ ਦੀ ਸਥਾਪਨਾ ਕਰਨ ਵਾਸਤੇ, ਤੇ ਅਸੀਂ ਵੀ ਇਹੀ ਸੋਚਿਆ ਕਿ ਹੁਣ ਕੰਢਾ ਜਿਹੜਾ ਹੈਗਾ ਇਸ ਪਾਸੇ ਆ ਗਿਆ, ਤੇ ਇਸ ਕਰਕੇ ਅਸੀਂ ਕੰਢੇ ਦੇ ਨਾਲ ਹੀ ਜਾ ਕੇ ਇਹਦੀ ਸਥਾਪਨਾ ਕਰੀਏ, ਅਸੀਂ ਵੀ ਇਹਨੂੰ ਇੱਥੇ ਬਣਾਈਏ। ਤੇ ਨਾਲ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਨੂੰ ਐਸਾ ਲੁੱਕ ਦਈਏ ਜਿਹੜਾ ਇੱਕ ਯੂਨੀਕ ਲੁੱਕ ਹੋਵੇ, ਬਿਲਕੁਲ ਹੀ ਹਟ ਕੇ ਲੁੱਕ ਹੋਵੇ, ਜਿਹਦਾ ਅਸੀਂ ਸਮਝ ਲਓ ਕਿ ਇੰਟਰਨੈਸ਼ਨਲ ਇੱਥੇ ਤੁਸੀਂ ਬੈਠੇ ਹੋ ਤੇ ਤੁਹਾਨੂੰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕੋਲੋਰਾਡੋ ਬੈਠੇ ਹੋ ਜਾਂ ਪੰਜਾਬ 'ਚ ਬੈਠੇ ਹੋ ਜਾਂ ਅਨੰਦਪੁਰ ਸਾਹਿਬ 'ਚ ਬੈਠੇ ਹੋ ਜਾਂ ਕਿਤੇ ਡੈਨਮਾਰਕ 'ਚ ਬੈਠੇ ਹੋ। ਇਹਦੀ ਦੇਖ ਰੇਖ ਐਸੀ ਹੈਗੀ ਹੈ ਕਿ ਇਹ ਬਿਲਕੁਲ ਜਿਹੜੀ ਗ੍ਰੀਨ ਪ੍ਰੋਜੈਕਟ ਕਹਿਲਾਇਆ ਜਾਂਦਾ ਹੈ। ਆਪਣੇ ਆਪ 'ਚ ਇਹ ਗ੍ਰੀਨ ਪ੍ਰੋਜੈਕਟ ਇਸ ਕਰਕੇ ਗ੍ਰੀਨ ਨੂੰ ਕਹਿੰਦੇ ਨੇ ਜਿਹੜਾ ਇਨਵਾਇਰਨਮੈਂਟ ਫਰੈਂਡਲੀ ਹੋਵੇ, ਉਹਨੂੰ ਗ੍ਰੀਨ ਪ੍ਰੋਜੈਕਟ ਕਹਿੰਦੇ ਨੇ। ਅਨੰਦਪੁਰ ਸਾਹਿਬ ਦੇ ਵਿੱਚ ਇਹ ਆਨੰਦ ਦਾ ਸਤਲੁਜ ਬਣਾਉਣ ਦਾ ਮੇਨ ਜਿਹੜਾ ਮਕਸਦ ਸੀਗਾ ਉਹ ਇਹ ਸੀਗਾ ਕਿ ਅਸੀਂ ਆਪਣੇ ਇਲਾਕੇ ਦੇ ਜਿਹੜੇ ਮੇਨ ਜਿਹੜੇ ਫੀਚਰ ਨੇ ਇਹਨਾਂ ਨੂੰ ਇਹਦੇ ਵਿੱਚ ਅਸੀਂ ਸ਼ਾਮਿਲ ਕਰੀਏ। ਤੇ ਯਾਨੀ ਕਿ ਅਸੀਂ ਸ਼ਾਮਿਲ ਤਾਂ ਕੀਤੇ ਨੇ, ਜਿੱਦਾਂ ਹੁਣ ਤੁਸੀਂ ਦੇਖੋਗੇ ਅਸੀਂ ਦਰਿਆ ਦੇ ਕੰਢੇ ਬੈਠੇ ਹਾਂ, ਤੇ ਦਰਿਆ ਦੇ ਕੰਢੇ ਬੈਠੇ ਹਾਂ, ਤੇ ਦਰਿਆ ਦੇ ਕੰਢੇ ਤਾਂ ਪੱਥਰ ਵੀ ਜਿਹੜਾ ਹੈਗਾ ਅਵੇਲੇਬਲ ਹੈਗਾ। ਤੇ ਗ੍ਰੀਨ ਪ੍ਰੋਜੈਕਟ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਪ੍ਰੋਜੈਕਟ 70% ਤੋਂ ਵੱਧ ਜਿਹੜਾ ਮਟੀਰੀਅਲ ਜਿਹੜਾ ਇਸਤੇਮਾਲ ਹੋਇਆ ਉਹ ਉੱਥੇ ਲੋਕਲ ਸਾਈਟ ਤੋਂ ਹੀ ਉਪਲਬਧ ਹੋਇਆ, ਉਹ ਗ੍ਰੀਨ ਪ੍ਰੋਜੈਕਟ ਆਪਣੇ ਆਪ ਨੂੰ ਕਹਿਲਾਉਂਦਾ ਹੈ। ਤੇ ਅਸੀਂ ਇਹ ਕਹਿ ਸਕਦੇ ਹਾਂ ਬੜੇ ਗੌਰਵ ਨਾਲ ਕਿ ਸਾਡੇ ਇੱਥੇ 90% ਜਿਹੜਾ ਮਟੀਰੀਅਲ ਹੈ ਉਹ ਲੋਕਲ ਹੈ। ਮਤਲਬ ਹੈ ਕਿ ਉਹਦੀ ਟਰਾਂਸਪੋਰਟੇਸ਼ਨ ਨਹੀਂ ਹੋਈ, ਕਿਤੇ ਬਾਹਰੋਂ ਨਹੀਂ ਆਇਆ। ਪੱਥਰ ਵੀ ਸਾਡਾ ਇੱਥੇ ਦਰਿਆ 'ਚੋਂ ਹੀ ਹੈ, ਰੇਤ ਵੀ ਸਾਡਾ ਦਰਿਆ ਦਾ ਹੈਗਾ ਹੈ, ਲੱਕੜ ਵੀ ਸਾਡੀ ਇੱਥੇ ਜਿਹੜੀ ਤੁਸੀਂ ਦੇਖਦੇ ਹੋ ਇਹ ਲੱਕੜ ਵੀ ਆਪਣੇ ਸਾਡਾ ਇੱਥੇ ਪਲਾਂਟੇਸ਼ਨ ਸੀਗਾ ਪੋਪੂਲਰ ਦਾ, ਉਸ ਪੋਪੂਲਰ ਦੇ ਪਲਾਂਟੇਸ਼ਨ 'ਚੋਂ ਇਹ ਪੱਥਰ ਵੀ ਲੱਕੜ ਵੀ ਉੱਥੋਂ ਹੀ ਨਿਕਲੀ ਹੈ। ਤੇ ਤਕਰੀਬਨ 90% ਮਟੀਰੀਅਲ ਜਿਹੜਾ ਹੈ, ਤੁਸੀਂ ਸੜਕਾਂ ਵੀ ਦੇਖੋਗੇ, ਸਾਡੇ ਪਾਥਵੇ ਵੀ ਦੇਖੋਗੇ, ਤੇ ਸਾਰੇ ਇਹ ਪੁਰਾਣੇ ਪੁਰਾਤਨ ਸਟਾਈਲ ਦੇ ਨਾਲ ਜਿਹੜੇ ਅਨੰਦਪੁਰ ਸਾਹਿਬ ਦੇ ਅੰਦਰ ਸੜਕਾਂ ਸੀਗੀਆਂ, ਗਲੀਆਂ ਸੀਗੀਆਂ, ਉਹ ਪੱਥਰਾਂ ਨਾਲ ਘੜੀਆਂ ਹੋਈਆਂ ਸੀਗੀਆਂ ਗੁਰੂ ਸਾਹਿਬਾਂ ਦੇ ਸਮੇਂ ਤੋਂ। ਤੇ ਅਸੀਂ ਉਹੀ ਜਿਹੜਾ ਹੈ ਵਿਰਸਾ ਇੱਥੇ ਵੀ ਅਸੀਂ ਅਪਣਾਇਆ, ਉਹੀ ਸਿਸਟਮ ਅਸੀਂ ਇੱਥੇ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਕਰਕੇ ਇਹਦਾ ਲੁੱਕ ਜਿਹੜਾ ਹੈਗਾ ਹੈ, ਦੂਜਾ ਜਿਹੜੀ ਉੱਪਰ ਜਿਹੜੀ ਹੈ ਅਸੀਂ ਸਲੇਟ ਲਾਈ ਹੈ, ਇਹ ਇਸ ਇਲਾਕੇ ਦੀ ਸਲੇਟ ਜਿਹੜੀ ਹੈਗੀ ਹੈ, ਅਸੀਂ ਪਹਾੜੀ ਇਲਾਕੇ ਵਿੱਚ ਬੈਠੇ ਹਾਂ, ਅਸੀਂ ਪਹਾੜ ਦੇ ਜੜ੍ਹਾਂ 'ਚ ਬੈਠੇ ਹਾਂ, ਤੇ ਇਹ ਇੱਥੇ ਦਾ ਲੋਕਲ ਆਰਕੀਟੈਕਚਰ ਹੈ। ਯਾਨੀ ਕਿ ਇਹ ਮੁਸ਼ਕਿਲ ਹੈ ਕਰਨਾ, ਕਿਉਂਕਿ ਅੱਜ ਦੀ ਡੇਟ 'ਚ ਲੋਕੀ ਲੈਂਟਰ ਪਾਉਣਾ ਜਿਹੜਾ ਆਸਾਨ ਸਮਝਦੇ ਨੇ, ਤੇ ਇਹਦੇ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ, ਇਹਦੇ 'ਚ ਲੇਬਰ ਵੀ ਜ਼ਿਆਦਾ ਲੱਗਦੀ ਹੈ, ਖਰਚਾ ਵੀ ਜ਼ਿਆਦਾ ਲੱਗਦਾ ਹੈ। ਮਗਰ ਇਹ ਇਸ ਇਲਾਕੇ ਦੀ ਇੱਕ ਖਾਸ ਸਪੈਸ਼ਲਿਟੀ ਹੈ। ਤੇ ਇਸ ਕਰਕੇ ਇਹ ਅਸੀਂ ਸ਼ੋਕੇਸ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਇੱਥੇ ਸਾਰੀ ਦੁਨੀਆ ਤੋਂ ਲੋਕਾਂ ਨੇ ਆਉਣਾ ਹੈ, ਤੇ ਜਿਹੜੇ ਲੋਕਾਂ ਨੇ ਸਾਰੀ ਦੁਨੀਆ ਤੋਂ ਆਉਣਾ ਹੈ ਤੇ ਉਹਨਾਂ ਨੇ ਸਾਡੇ ਤੋਂ ਕੁਛ ਨਾ ਕੁਛ ਨਵੀਂ ਚੀਜ਼ ਲੱਭਣੀ ਹੈ। ਤੇ ਇਹ ਜਿਹੜੀ ਨਵੀਂ ਚੀਜ਼ ਜਿਹੜੀ ਇਹ ਲੱਭਣਗੇ, ਉਹ ਇਹਨਾਂ ਨੂੰ ਸਮਝ ਆ ਜਾਏਗੀ ਕਿ ਇਹ ਧਰਤੀ ਨਾਲ ਜੁੜੀ ਹੋਈ ਚੀਜ਼ ਹੈ। ਇਹ ਜਿਹੜਾ ਪੂਰਾ ਰਿਜ਼ੋਰਟ ਹੈ ਯਾਨੀ ਕਿ 5 ਸਟਾਰ ਲੈਵਲ ਦਾ ਰਿਜ਼ੋਰਟ ਹੈ, ਮਗਰ ਧਰਤੀ ਨਾਲ ਜੁੜਿਆ ਹੋਇਆ ਹੈ। ਇਹ ਗ੍ਰੀਨ ਰਿਜ਼ੋਰਟ ਹੈ, ਇਹਨੂੰ ਆਰਗੈਨਿਕ ਕਹਿੰਦੇ ਹਾਂ ਅਸੀਂ, ਤੇ ਇਨਵਾਇਰਨਮੈਂਟਲ ਫਰੈਂਡਲੀ ਇਹ ਉਸ ਦੇਰੇ ਵਿੱਚ ਆਉਂਦਾ ਹੈ। ਕਮਰਿਆਂ ਦੇ ਅੰਦਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਫੁਲਕਾਰੀ ਦੀ ਇਸਤੇਮਾਲ ਕਰੀਏ। ਜਿਹੜੇ ਸਾਡੇ ਪੁਰਾਣੇ ਜਿਹੜੇ ਫੋਕ ਕਲਚਰ ਹੈ, ਉਹ ਫੋਟੋਆਂ ਅਸੀਂ ਜਿਹੜੀਆਂ ਦਿਖਾਈਆਂ ਜਾਂ ਦ੍ਰਿਸ਼ ਦਿਖਾਏ ਨੇ, ਅਸੀਂ ਹੋਲੇ ਮਹੱਲੇ ਨਾਲ ਜੋੜੇ ਹੈ, ਤਾਂ ਕਿ ਉਹ ਵੀ ਸਾਡਾ ਵਿਰਸਾ ਦੇਖਣ ਨੂੰ ਮਿਲੇ, ਕਿਉਂਕਿ ਇਹ ਚੀਜ਼ਾਂ ਦਿਖਾਉਣੀਆਂ ਬਹੁਤ ਜ਼ਰੂਰੀ ਨੇ। ਅੱਜ ਦੀ ਡੇਟ ਜਿਹੜਾ ਬੰਦਾ ਅਨੰਦਪੁਰ ਸਾਹਿਬ ਆਏਗਾ ਉਹ ਸੋਚੇਗਾ ਕਿ ਮੈਨੂੰ ਕੋਈ ਨਾ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲੇ। ਤਾਂ ਉਹ ਸਾਡੀ ਕੋਸ਼ਿਸ਼ ਹੋਈ ਹੈ ਕਿ ਅਸੀਂ ਉਹਨੂੰ ਕੋਈ ਐਸਾ ਨਵਾਂ ਦ੍ਰਿਸ਼ ਦਈਏ, ਪਰ ਜਿਹਦੀ ਕੋਈ ਖਾਸ ਪਹਿਚਾਣ ਨਾ ਹੋਵੇ। ਤੁਸੀਂ ਇੱਥੇ ਬੈਠੇ ਹੋ, ਅੱਜ ਤੁਸੀਂ ਕੋਲੋਰਾਡੋ ਵੀ ਬੈਠ ਸਕਦੇ ਹੋ, ਉੱਥੇ ਦੇ ਰਿਜ਼ੋਰਟ ਵੀ ਜਿਹੜੇ ਨੇ ਤਕਰੀਬਨ ਉਹਨਾਂ ਦੇ ਉੱਥੇ ਦੇ ਨੇਚਰ ਦੇ ਨਾਲ ਹੀ ਜੁੜੇ ਹੋਣਗੇ, ਜਾਂ ਡੈਨਮਾਰਕ ਦੇ ਜਿਹੜੇ ਰਿਜ਼ੋਰਟ ਹੋਣਗੇ ਜਾਂ ਕੋਪਨਹਾਗਨ ਦੇ ਹੋਣਗੇ, ਉਹ ਉੱਥੇ ਦੇ ਕਲਚਰ ਨਾਲ ਹੀ ਜੁੜੇ ਹੋਣਗੇ। ਤੇ ਜੇ ਉਹ ਲੋਕ ਇੰਨਾ ਕੌਨਫੀਡੈਂਸ ਸਮਝਦੇ ਨੇ ਆਪਣੇ ਲੋਕਲ ਕਲਚਰ ਨੂੰ ਦਿਖਾਉਣ ਦੇ ਵਿੱਚ, ਤੇ ਅਸੀਂ ਕਿਉਂ ਨਹੀਂ ਦਿਖਾਈਏ? ਅਸੀਂ ਵੀ ਤਾਂ ਸ਼ੋਕੇਸ ਕਰੀਏ ਨਾ ਕਿ ਇਹ ਸਾਡਾ ਵਿਰਸਾ ਹੈਗਾ ਜਾਂ ਸਾਡਾ ਇਹ ਇਲਾਕਾ ਹੈ, ਸਾਡੇ ਇਲਾਕੇ ਦੀ ਪਛਾਣ ਹੈ। ਤਾਂ ਇਸ ਕਰਕੇ ਇਸ ਦਾ ਅਸੀਂ ਪ੍ਰਯੋਗ ਕੀਤਾ ਹੈ, ਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੂੰ ਜਿਹੜੇ ਦੂਰ ਦੂਰ ਤੋਂ ਆਉਣਗੇ, ਦੂਰ ਦਰਾਜ ਤੋਂ, ਉਹਨਾਂ ਨੂੰ ਇਹ ਜਗ੍ਹਾ ਜ਼ਰੂਰ ਪਸੰਦ ਆਏਗੀ। ਇਹਦੇ 'ਚ ਇੱਕ ਸਪਿਰਿਚੁਅਲ ਫੀਲਿੰਗ ਵੀ ਹੈਗੀ ਹੈ, ਕਾਮਨੈਸ ਹੈਗੀ ਹੈ। ਜਦੋਂ ਤੁਸੀਂ ਆਪਣੇ ਫੈਮਿਲੀ ਨਾਲ ਇੱਥੇ ਆਉਂਦੇ ਹੋ ਕਿ ਤੁਸੀਂ ਰਿਲੈਕਸ ਕਰਨ ਆਉਂਦੇ ਹੋ। ਤੁਸੀਂ ਇੱਕ ਤਾਂ ਗੁਰਦੁਆਰਾ ਸਾਹਿਬਾਂ ਦੇ ਜਿਹੜੇ ਹੈ ਸ਼ਬਦ ਕੀਰਤਨ ਤੁਹਾਨੂੰ ਸੁਣਨ ਨੂੰ ਮਿਲਦੇ ਨੇ, ਸਵੇਰੇ ਇੱਥੇ ਨਿਤਨੇਮ ਸੁਣਨ ਨੂੰ ਮਿਲਦਾ ਹੈ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ, ਤੇ ਤੁਸੀਂ ਉਹਦੇ ਨਾਲ ਜੁੜ ਜਾਂਦੇ ਹੋ। ਤੇ ਜਿਹੜੇ ਮਰਜ਼ੀ ਰਿਲੀਜਨ ਦੇ ਤੁਸੀਂ ਹੋ, ਜਿਹੜੇ ਮਰਜ਼ੀ ਮਜ਼ਹਬ ਦੇ ਤੁਸੀਂ ਹੋ, ਤੇ ਮੈਂ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਗੈਸਟ ਨਹੀਂ ਦੇਖਿਆ ਬਾਹਰਲੇ। ਸਾਡੇ ਤਾਂ ਜ਼ਿਆਦਾਤਰ 70-80% ਜਿਹੜਾ ਗੈਸਟ ਹੈ ਉਹ ਬਾਹਰਲੇ ਇਲਾਕਿਆਂ ਤੋਂ ਆਉਂਦਾ ਹੈ,
ਦਿੱਲੀ NCR ਤੋਂ ਆਉਂਦਾ ਹੈ, ਬੰਗਲੌਰ ਤੋਂ ਆਉਂਦਾ ਹੈ, ਬੰਬਈ ਤੋਂ ਆਉਂਦਾ ਹੈ, ਚੇਨਈ ਤੋਂ ਆਉਂਦਾ ਹੈ। ਕਿਸੇ ਨੇ ਵੀ ਜਦੋਂ ਇੱਥੇ ਦਾ ਮਾਹੌਲ ਦੇਖ ਕੇ ਉਹਨਾਂ ਨੇ ਇਹੀ ਕਿਹਾ ਕਿ ਵੀ ਆਰ ਫੀਲਿੰਗ ਵੈਰੀ ਪੀਸਫੁਲ, ਇਹ ਸਾਨੂੰ ਇੱਥੇ ਬਹੁਤ ਸਕੂਨ ਮਿਲਿਆ ਅਤੇ ਅਸੀਂ ਆਪਣੇ ਪਰਿਵਾਰ ਨੂੰ ਨਾਲ ਅਸੀਂ ਲੈ ਕੇ ਆਉਣਾ ਚਾਹਾਂਗੇ। ਅਸੀਂ ਆਵਾਂਗੇ ਇੱਥੇ, ਲੈ ਕੇ ਆਵਾਂਗੇ ਪਰਿਵਾਰ ਨੂੰ, ਕਿਉਂਕਿ ਇੱਥੇ ਸਾਨੂੰ ਪੀਸ ਆਫ ਮਾਈਂਡ ਮਿਲਦੀ ਹੈ। ਇਹ ਡੀ-ਸਟ੍ਰੈਸ ਕਰ ਸਕਦੇ ਹਾਂ, ਮੈਡੀਟੇਟ ਕਰ ਸਕਦੇ ਹਾਂ, ਅਸੀਂ ਆਪਣੇ ਰੱਬ ਨਾਲ ਜੁੜ ਸਕਦੇ ਹਾਂ ਇੱਥੇ। ਤਾਂ ਇਸ ਕਰਕੇ ਅਸੀਂ ਉਸ ਤਰ੍ਹਾਂ ਦਾ ਮਾਹੌਲ ਬਣਾਉਣਾ ਚਾਹੁੰਦੇ ਹਾਂ ਜਿੱਥੇ ਲੋਕ ਰਿਲੈਕਸ ਕਰਨ, ਡੀ-ਸਟ੍ਰੈਸ ਕਰਨ, ਆਪਣੇ ਜਿਹੜੇ ਸ਼ਹਿਰਾਂ ਦੇ ਜਿਹੜੇ ਰੌਲੇ ਰੱਪੇ ਨੇ ਉਸ ਤੋਂ ਦੂਰ ਨਿਕਲਣ। ਅਸੀਂ ਨਾਲੇ ਇੱਥੇ ਥੋੜ੍ਹੇ ਜਿਹੇ ਦੂਰ ਹੋਣ ਦਾ ਇੱਕ ਇਹ ਵੀ ਕਾਰਨ ਸੀਗਾ ਕਿ ਸਾਡੇ ਆਲੇ ਦੁਆਲੇ ਇਸ ਵੇਲੇ ਸਿਰਫ ਖੇਤ ਹੀ ਖੇਤ ਦਿੱਤੇ ਨੇ। ਸਾਡੀ ਚਾਰ ਦੀਵਾਰੀ ਤੋਂ ਬਾਹਰ ਸਿਰਫ ਖੇਤ ਹੀ ਖੇਤ, ਬਿਲਕੁਲ ਹਰਿਆਲੀ ਹਰਿਆਲੀ ਦਿਖਦੀ ਹੈ। ਇਹਦੇ ਨਾਲ ਕੀ ਹੈ ਕਿ ਸ਼ਹਿਰ ਸਾਡੇ ਤੋਂ 2-3 ਕਿਲੋਮੀਟਰ ਦੂਰ ਹੈ, ਪਰ ਲੱਗਦਾ ਇੱਦਾਂ ਹੈ ਕਿ ਪਤਾ ਨਹੀਂ ਕਿੰਨੇ 50 ਕਿਲੋਮੀਟਰ ਦੂਰ ਹੈ। ਜਦੋਂ ਤੁਸੀਂ ਇੱਥੇ ਆਉਂਦੇ ਹੋ ਤੁਹਾਨੂੰ ਇਹ ਫੀਲਿੰਗ ਹੋ ਜਾਂਦੀ ਕਿ ਅਸੀਂ ਕਿੱਥੇ ਚਲੇ ਗਏ ਹਾਂ, ਅਸੀਂ ਤਾਂ ਬਿਲਕੁਲ ਹੀ ਕੱਟ ਆਫ ਹੋ ਗਏ ਹਾਂ ਦੁਨੀਆ ਤੋਂ। ਅਤੇ ਅਸੀਂ ਉਹੀ ਮਾਹੌਲ ਬਣਾਉਣਾ ਚਾਹੁੰਦੇ ਸੀਗੇ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਉਹਦੇ 'ਚ ਕਾਮਯਾਬ ਹੋਏ ਹਾਂ। ਅਤੇ ਤੁਸੀਂ ਵੀ ਜਿਹੜੇ ਵੀ ਦਰਸ਼ਕ ਹੈਗੇ ਨੇ ਦੇਖਦੇ ਪਏ ਨੇ, ਸੁਣਦੇ ਪਏ ਨੇ, ਉਹਨਾਂ ਨੂੰ ਵੀ ਕੋਸ਼ਿਸ਼ ਇੱਕ ਵਾਰੀ ਆ ਕੇ ਦੇਖਣ ਅਤੇ ਉਹਨਾਂ ਨੂੰ ਵੀ ਲੱਗੇਗਾ ਕਿ ਵੀ ਅਸੀਂ ਜ਼ਰੂਰ ਕਿ ਅਸੀਂ ਇੱਕ ਐਸੀ ਜਗ੍ਹਾ 'ਤੇ ਆਏ ਹਾਂ ਜਿਹੜੀ ਬਿਲਕੁਲ ਹਟ ਕੇ ਜਗ੍ਹਾ ਹੈਗੀ ਹੈ, ਯਾਨੀ ਕਿ ਪੰਜਾਬ ਦੇ ਵਿੱਚ ਹੈਗੀ ਹੈ ਪਰ ਕਿਤੇ ਵੀ ਦੁਨੀਆ 'ਚ ਹੋ ਸਕਦੀ ਹੈ। ਸਭ ਤੋਂ ਪਹਿਲਾਂ ਜਿਹੜੀ ਗੱਲ ਇਹ ਹੈ ਕਿ ਅਸੀਂ ਨੇਚਰ ਨਾਲ ਜੋੜਿਆ। ਇਹ ਜਿਹੜਾ ਰਿਜ਼ੋਰਟ ਹੈ ਜਾਂ ਇਹਨੂੰ ਅਸੀਂ ਫਾਰਮ ਸਟੇ ਕਹਿੰਦੇ ਹਾਂ ਕਿ ਫਾਰਮ ਦੇ ਵਿੱਚ ਜਿਹੜੀ ਚੀਜ਼ਾਂ ਤੁਹਾਨੂੰ ਮਿਲਦੀਆਂ, ਦੇਖਣ ਨੂੰ ਮਿਲਦੀਆਂ, ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇੱਥੇ ਗਊਸ਼ਾਲਾ ਬਣਾਈ ਹੈ, ਔਰਗੈਨਿਕ ਸਾਡੀ ਸਬਜ਼ੀਆਂ ਦੀ ਜਿਹੜੀ ਹੈ ਪੈਦਾਵਾਰ ਹੈਗੀ ਹੈ। ਉੱਥੇ ਦੁੱਧ ਵੀ ਤੁਸੀਂ ਆਪਣੇ ਸਾਹਮਣੇ ਚੋ ਸਕਦੇ ਹੋ, ਸਬਜ਼ੀਆਂ ਵੀ ਤੁਸੀਂ ਉਹਦੇ 'ਚ ਪੈਦਾਵਾਰ ਕਰਕੇ ਜਾਂ ਆਪਣੇ ਆਪ ਤੁਸੀਂ ਉਹਨੂੰ ਤੋੜ ਕੇ ਖਾ ਸਕਦੇ ਹੋ। ਫਲ ਫਰੂਟ ਦਾ ਵੀ ਅਸੀਂ ਬਹੁਤ ਜ਼ਿਆਦਾ ਇੱਥੇ ਦਰਖਤ ਲਾਏ ਨੇ, ਹਰ ਕਿਸਮ ਦਾ ਜਿਹੜਾ ਫਲ ਹੈ ਇੱਥੇ ਅਸੀਂ ਉਹਦਾ ਲਾਇਆ ਹੋਇਆ ਹੈ। ਤੋ ਸਾਡੀ ਕੋਸ਼ਿਸ਼ ਹੋਈ ਹੈ ਕਿ ਘੱਟ ਤੋਂ ਘੱਟ, ਹੁਣ ਐਡਾ ਵੱਡਾ ਜਿਹੜਾ ਅਸੀਂ ਇਹਦਾ ਦਾਇਰਾ ਬਣਾਇਆ 8 ਕਿੱਲਿਆਂ ਦੇ ਵਿੱਚ ਅਸੀਂ ਇਹ ਫਾਰਮ ਸਟੇ ਬਣਾਇਆ। ਅਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਹਿਮਾਨ ਆਉਣ, ਸਾਡੇ ਪ੍ਰਾਹੁਣੇ ਆਉਣ, ਉਹਨਾਂ ਨੂੰ ਇੱਕ ਇੱਦਾਂ ਦੀ ਫੀਲਿੰਗ ਹੋਏ ਕਿ ਉਹ ਪੰਜਾਬ 'ਚ ਆਏ ਨੇ ਅਤੇ ਪੰਜਾਬ ਨਾਲ ਜੁੜੇ ਹੈ। ਖਾਣ ਪੀਣ ਦਾ ਵੀ ਜਿਹੜਾ ਸਾਡਾ ਸਾਰਾ ਜਿਹੜਾ ਖਾਣ ਪੀਣ ਦਾ ਮੈਨਿਊ ਹੈ ਉਹ ਇੱਕ ਪੰਜਾਬੀ ਖਾਣੇ ਦਾ ਹੀ ਹੈ। ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਔਰਗੈਨਿਕ ਖਾਣਾ, ਜਿਹੜੀ ਔਰਗੈਨਿਕ ਸਬਜ਼ੀਆਂ ਨੇ ਉਹ ਉਹਨਾਂ ਨੂੰ ਖਵਾਈਏ ਤਾਂ ਕਿ ਉਹਦੇ 'ਚ ਕੋਈ ਕੈਮੀਕਲ ਨਾ ਹੋਵੇ, ਅਤੇ ਉਹਨਾਂ ਨੂੰ ਉਹਦੇ ਬਾਰੇ ਸਿਖਾਈਏ ਵੀ ਕਿ ਪੰਜਾਬ ਦੀ ਜਿਹੜੀ ਕਲਚਰ ਹੈ, ਪੰਜਾਬ ਦਾ ਜਿਹੜੀ ਹੌਸਪਿਟੈਲਿਟੀ ਹੈ, ਮਹਿਮਾਨ ਨਵਾਜ਼ੀ ਹੈ, ਇਹਦੇ ਵੱਲ ਤੁਸੀਂ ਥੋੜ੍ਹਾ ਜੁੜੋ। ਅਤੇ ਅਸੀਂ ਆਪਣੀ ਮਹਿਮਾਨ ਨਵਾਜ਼ੀ ਦਿਖਾਉਣ ਦਾ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਦੁਨੀਆ ਨੂੰ ਦੂਰ ਦੂਰ ਤੋਂ ਸਾਡੇ ਜਿਹੜੇ ਆਏ ਮਹਿਮਾਨ ਨੇ, ਜਿਹੜੇ ਸਾਡੇ ਪ੍ਰਾਹੁਣੇ ਨੇ, ਉਹਨਾਂ ਨੂੰ ਇਹ ਫੀਲਿੰਗ ਹੋਏ ਕਿ ਅਸੀਂ ਪੰਜਾਬ 'ਚ ਆਏ ਹਾਂ, ਕਿ ਸਾਨੂੰ ਕੋਈ ਹਟ ਕੇ ਬਹੁਤ ਸੋਹਣਾ ਜਿਹਾ ਐਕਸਪੀਰੀਅੰਸ ਮਿਲਿਆ। ਅਤੇ ਇਸ ਐਕਸਪੀਰੀਅੰਸ ਨੂੰ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਮਹਾਰਾਜ ਕਿਰਪਾ ਕਰਨ ਕਿ ਸਾਰਿਆਂ ਨੂੰ ਇਹੀ ਫੀਲਿੰਗ ਹੋਏਗੀ ਜਦੋਂ ਵੀ ਇੱਥੇ ਆਉਣਗੇ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਨੇ। ਪਾਵਨ ਧਰਤੀ ਹੈ, ਗੁਰੂਆਂ ਦੀ ਧਰਤੀ ਹੈ, ਸਾਡੇ ਬਜ਼ੁਰਗਾਂ ਦੀ ਧਰਤੀ ਹੈ। ਅਤੇ ਇਹਦੇ ਵਿੱਚ ਸਾਨੂੰ ਸਾਨੂੰ ਮਿਲਿਆ, ਇੱਕ ਤਾਂ ਅਸੀਂ ਪੰਜਾਬ ਨਾਲ ਜੁੜੇ ਹਾਂ, ਆਪਣੇ ਵਿਰਸੇ ਨਾਲ ਜੁੜੇ ਹਾਂ, ਦੂਜਾ ਅਸੀਂ ਇੱਕ ਨੈਚੁਰਲ ਇਨਵਾਇਰਮੈਂਟ 'ਚ ਜੁੜੇ ਹਾਂ, ਪੂਰਾ ਔਰਗੈਨਿਕ ਖਾਣਾ ਖਾਂਦੇ ਪਏ ਹਾਂ, ਹੈ ਨਾ, ਜਿਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ, ਕੁਛ ਨਹੀਂ ਹੈਗਾ। ਨਾਲੇ ਅਸੀਂ ਨਾਲ ਦੇ ਨਾਲ ਸਿਖਾ ਵੀ ਰਹੇ ਹਾਂ ਕਿ ਜੇ ਤੁਸੀਂ ਆਪਣੇ ਘਰਾਂ 'ਚ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ, ਆਪਣੇ ਇਲਾਕਿਆਂ 'ਚ ਕਰਨਾ ਚਾਹੋ ਤੁਸੀਂ ਔਰਗੈਨਿਕ ਜਿਹੜਾ ਹੈਗਾ ਹੈ, 2-3 ਜਿਹੜੀਆਂ ਗਾਵਾਂ ਮੱਝਾਂ ਜਿਹੜੀਂ ਹੈ ਅੱਜ ਕੱਲ੍ਹ ਜਿਹੜੀਆਂ ਘੁੰਮਦੀਆਂ ਪਈਆਂ ਸੜਕਾਂ 'ਤੇ, ਤੁਸੀਂ ਇਹਨਾਂ ਨੂੰ ਸੰਭਾਲੋ, ਆਪਣੇ ਘਰਾਂ 'ਚ ਲੈ ਕੇ ਆਓ, ਇਹਨਾਂ ਨੂੰ ਸੰਭਾਲ ਕਰੋ ਅਤੇ ਇਹਨਾਂ 'ਚੋਂ ਬਹੁਤ ਜ਼ਿਆਦਾ ਪ੍ਰਾਪਤੀਆਂ ਮਿਲ ਜਾਣਗੀਆਂ। ਇਹਨਾਂ 'ਚੋਂ ਜਿਹੜਾ ਤੁਹਾਨੂੰ ਗੈਸ ਮਿਲੂਗੀ, ਗੋਬਰ ਗੈਸ ਮਿਲੂਗੀ, ਇਹਨਾਂ 'ਚੋਂ ਕੰਪੋਸਟ ਮਿਲੂਗਾ, ਬੜਾ ਕੁਝ ਮਿਲੂਗਾ ਤੁਹਾਨੂੰ, ਹੈਂ ਜੀ। ਦੂਸਰੀ ਗੱਲ ਜਿਹੜੀ ਹੈ, ਜਦੋਂ ਤੁਸੀਂ ਔਰਗੈਨਿਕ ਵੱਲ ਚੱਲ ਪੈਂਦੇ ਹੋ ਅਤੇ ਨਾਲ ਦੇ ਨਾਲ ਆਪਣੇ ਆਪ ਹੀ ਇੱਕ ਜਿਹੜੀ ਖੇਤੀ ਸਾਡੀ ਹੈਗੀ ਹੈ, ਇੱਕ ਨਵੀਂ ਕਿਸਮ ਦੀ ਖੇਤੀ ਦੀ ਜਿਹੜੀ ਅਸੀਂ ਪ੍ਰਯੋਗ ਕਰਦੇ ਹਾਂ, ਅਸੀਂ ਲੋਕਾਂ ਨੂੰ ਦਿਖਾਉਂਦੇ ਹਾਂ, ਦੁਨੀਆ ਨੂੰ ਦਿਖਾਉਂਦੇ ਹਾਂ। ਪੰਜਾਬ ਸਭ ਤੋਂ ਪਹਿਲਾਂ ਇਹਦੇ ਵਿੱਚ ਸਭ ਤੋਂ ਅੱਗੇ ਹੋਏਗਾ। ਮੈਂ ਚਾਹੁੰਦਾ ਕਿ ਇਹ ਜਿਹੜੀ ਸ਼ੁਰੂਆਤ ਹੈ ਅਨੰਦਪੁਰ ਸਾਹਿਬ ਤੋਂ ਹੋਵੇ, ਜਿਹੜੀ ਔਰਗੈਨਿਕ ਲਾਈਫ ਦੀ ਜਿਹੜੀ ਸ਼ੁਰੂਆਤ ਹੈ ਅਨੰਦਪੁਰ ਸਾਹਿਬ ਤੋਂ ਹੋਵੇ। ਇਹ ਗੁਰੂ ਸਾਹਿਬਾਂ ਦੀ ਜਿਹੜੀ ਹੈ ਰਜ਼ਾਮੰਦੀ ਦੇ ਨਾਲ, ਉਹਨਾਂ ਦੀ ਦੇਖ ਰੇਖ ਦੇ ਵਿੱਚ ਅਸੀਂ ਇਹ ਚੀਜ਼ ਜਿਹੜੀ ਆ, ਇਹ ਵਿਚਾਰਧਾਰਾ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਅਬ ਤੁਸੀਂ ਨਾਲ ਆਪਣੀ ਧਰਤੀ ਨਾਲ ਜੁੜੋ, ਔਰਗੈਨਿਕ ਲਾਈਫ ਸਟਾਈਲ ਨਾਲ ਜੁੜੋ ਅਤੇ ਇਹ ਜਿਹੜੀ ਲਾਈਫ ਸਟਾਈਲ ਹੈ ਸਾਰੀ ਦੁਨੀਆ 'ਚ ਫੈਲਾਓ। ਸਾਰੀ ਦੁਨੀਆ ਦੇ ਵਿੱਚ ਅਸੀਂ ਲੈ ਕੇ ਜਾਈਏ ਕਿ ਸਾਡੀ ਔਰਗੈਨਿਕ ਦੇ ਵਿੱਚ ਅਸੀਂ ਮਾਹਿਰ ਹਾਂ, ਸਾਨੂੰ ਸਮਝ ਹੈ ਕਿ ਅਸੀਂ ਧਰਤੀ ਨਾਲ ਜੁੜੇ ਹੋਏ ਬੰਦੇ ਹੈਗੇ ਹਾਂ। ਅਸੀਂ ਡਾਈਵਰਸੀਫਾਈ ਵੀ ਕਰੋ ਆਪਣੇ ਕ੍ਰੌਪਸ ਨੂੰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਕਿਸਾਨੀਆਂ ਦੀਆਂ ਲੋੜਾਂ ਹੈਗੀਆਂ, ਜਿਹੜੀ ਸਾਡੇ ਕਿਸਾਨਾਂ ਦੀ ਲੋੜੀਆਂ, ਇਹਨਾਂ ਚੀਜ਼ਾਂ ਨੂੰ ਅਸੀਂ ਲੈ ਕੇ ਦੁਨੀਆ ਦੇ ਵਿੱਚ ਲੈ ਕੇ ਚੱਲੀਏ ਤਾਂ ਕਿ ਦੁਨੀਆ ਨੂੰ ਅਸੀਂ ਆਪਣੇ ਨਾਲ ਜੋੜੀਏ, ਪੰਜਾਬ ਨਾਲ ਜੋੜੀਏ, ਆਪਣੀ ਧਰਤੀ ਨਾਲ ਜੋੜੀਏ, ਗੁਰੂ ਸਾਹਿਬਾਂ ਦੀ ਸੋਚ ਵਿਚਾਰ ਨਾਲ ਜੋੜੀਏ। ਇਹ ਸਾਡੀ ਕੋਸ਼ਿਸ਼ ਹੈਗੀ ਹੈ ਅਤੇ ਇਹਦੇ 'ਚ ਅਸੀਂ ਆਪਣੇ ਮਹਿਮਾਨਾਂ ਨੂੰ ਅਸੀਂ ਇਨਵਾਈਟ ਕਰਾਂਗੇ। ਆਓ, ਦੇਖੋ ਅਤੇ ਆਨੰਦ ਪ੍ਰਾਪਤ ਕਰੋ।